ਵਾਕ ਮੈਨੂੰ ਯਾਦ ਆਇਆ। ਔਰੰਗਜ਼ੇਬ ਦੇ ਅਹਿਲਕਾਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਐਸਾ ਆਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਹਮਦਰਦੀ ਵੀ ਰੱਖਦੇ ਸਨ ਔਰ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਭਾਵਿਤ ਵੀ ਸਨ। ਮਹਾਰਾਜ, ਜੇ ਤੁਸੀਂ ਆਖੋ ਤੁਹਾਡੀ ਸੁਲ੍ਹਾ ਕਰਾ ਦਈਏ। ਵਿਚਕਾਰ ਇੱਕ ਗੱਲ ਆ ਗਈ, ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਪਾਤਸ਼ਾਹ ਕਹਿਣ ਲੱਗੇ, ਸੁਲ੍ਹਾ ਦੀ ਕੋਈ ਕੀਮਤ, ਕਿਉਂਕਿ ਸੁਲ੍ਹਾ ਉਦੋਂ ਆਉਂਦੀ ਹੈ ਜਦ ਦੋਵੇਂ ਪਾਸੇ ਤੋਂ ਕੋਈ ਕੀਮਤ ਨਾ ਚੁਕਾਈ ਜਾਏ। ਅਹਿਲਕਾਰ ਕਹਿਣ ਲੱਗੇ, ਮਹਾਰਾਜ ਕੁਝ ਸ਼ਰਤ ਤੇ ਹੈ ਸੁਲ੍ਹਾ ਦੀ। ਕੀ? ਤੁਸੀਂ ਹਾਰ ਮੰਨ ਲਓ, ਆਪਾਂ ਸੁਲ੍ਹਾ ਕਰਾ ਦਿੰਦੇ ਹਾਂ। ਸਾਹਿਬ ਕਹਿਣ ਲੱਗੇ, ਇਹ ਨਹੀਂ ਹੋ ਸਕਦਾ। ਤੇ ਪਤਾ ਅਹਿਲਕਾਰ ਕੀ ਕਹਿੰਦੇ ਨੇ? ਹਾਰ ਤੇ ਤੁਹਾਡੀ ਹੋ ਗਈ ਹੈ, ਕਿਲੇ ਤੁਹਾਡੇ ਢਹਿ ਢੇਰੀ ਹੋ ਗਏ ਨੇ, ਪਿਤਾ ਤੁਹਾਡਾ ਸ਼ਹੀਦ ਹੋ ਗਿਆ, ਚਾਰੇ ਬੱਚੇ ਤੁਹਾਡੇ ਮਾਰੇ ਜਾ ਚੁੱਕੇ ਨੇ, ਪਰਿਵਾਰ ਤੁਹਾਡਾ ਵਿਛੜ ਗਿਆ, ਸਿੰਘ ਸਾਰੇ ਹੀ ਮਾਰੇ ਜਾ ਚੁੱਕੇ ਨੇ, ਔਰ ਤੁਹਾਡੇ ਕੋਲ ਗੁਜ਼ਰ ਬਸਰ ਲਈ ਧਨ ਵੀ ਨਹੀਂ ਹੈ, ਤੁਹਾਡੀ ਜੇਬ ਵੀ ਖਾਲੀ, ਤੁਹਾਡੇ ਕੋਲ ਤਾਂ ਘੋੜਾ ਵੀ ਨਹੀਂ ਰਿਹਾ, ਤੁਹਾਡੇ ਕੋਲ ਤਾਂ ਕੁਝ ਵੀ ਨਹੀਂ ਰਿਹਾ। ਇਹ ਸਾਰੀਆਂ ਨਿਸ਼ਾਨੀਆਂ ਹਾਰ ਦੀਆਂ ਨੇ। ਤੁਸੀਂ ਇੱਕ ਸੰਤ ਹੋ, ਤੁਸੀਂ ਵਲੀ ਅੱਲਾ ਹੋ, ਤੁਸੀਂ ਪੀਰ ਹੋ, ਤੇ ਸੰਤ ਦਾ ਤੇ ਕੰਮ ਹੈ ਸਚਾਈ ਕਬੂਲ ਕਰ ਲਵੇ, ਤੇ ਸਚਾਈ ਇਹ ਹੈ ਤੁਹਾਡੀ ਹਾਰ ਹੋ ਗਈ ਹੈ, ਤੁਹਾਡੇ ਕੋਲ ਕੁਝ ਵੀ ਨਹੀਂ ਰਿਹਾ। ਸਾਹਿਬ ਕਹਿੰਦੇ ਨੇ, ਇਹ ਬਿਲਕੁਲ ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ, ਮੇਰੇ ਕੋਲ ਕੁਝ ਹੈ। ਕੀ ਹੈ? ਇਹ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ ਜ਼ਫਰਨਾਮਾ। ਸਾਹਿਬ ਕਹਿੰਦੇ ਨੇ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਮੇਰੇ ਕੋਲ ਫੌਜ ਨਹੀਂ ਹੈ, ਮੰਨਦਾ। ਮੇਰੇ ਕੋਲ ਸ਼ਸਤਰ ਵੀ ਨਹੀਂ, ਕਬੂਲ ਕਰਦਾ। ਮੇਰੇ ਕੋਲ ਧਨ ਸੰਪਦਾ ਵੀ ਨਹੀਂ, ਮੈਂ ਕਬੂਲ ਕਰਦਾ। ਔਰ ਮੇਰੇ ਕਿਲੇ ਵੀ ਢਹਿ ਢੇਰੀ ਹੋ ਗਏ, ਇਹ ਵੀ ਮੈਂ ਮੰਨਦਾ। ਮੇਰਾ ਪਰਿਵਾਰ ਵੀ ਵਿਛੜ ਗਿਆ ਤੇ ਸ਼ਹੀਦ ਹੋ ਗਿਆ, ਮੰਨਦਾ। ਇਹ ਕਬੂਲ ਕਰਦਾ। ਲੇਕਿਨ ਇਹ ਕਬੂਲ ਕਰਨ ਨੂੰ ਬਿਲਕੁਲ ਮੈਂ ਤਿਆਰ ਨਹੀਂ ਕਿ ਮੇਰੇ ਕੋਲ ਕੁਝ ਨਹੀਂ ਹੈ, ਮੇਰੇ ਕੋਲ ਫਿਰ ਵੀ ਕੁਝ ਹੈ। ਕੀ ਹੈ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ੰਦਈ ਐਸ਼ੋ ਅਰਸ਼। ਖੁਦਾ ਦੀ ਯਾਦ ਮੇਰੇ ਕੋਲ ਹੈ, ਪਰਮਾਤਮਾ ਦੀ ਯਾਦ ਮੇਰੇ ਕੋਲ ਹੈ, ਤੇ ਜਿਤਨੇ ਚਿਰ ਤੱਕ ਉਹ ਮੇਰੇ ਦਿਲ ਵਿੱਚ ਬੈਠਾ ਹੈ, ਮੇਰੀ ਦਿਲ ਦੀ ਸੇਜਾ ਤੇ ਬੈਠਾ ਹੈ, ਮੈਂ ਹਾਰ ਮੰਨਣਾ ਹੋਵੇ ਤੇ ਖੁਦਾ ਦੀ ਹਾਰ ਹੋਵੇਗੀ। ਔਰ ਉਹ ਵੀ ਇੱਕ ਜ਼ਾਲਮ ਦੇ ਅੱਗੋਂ ਹਾਰ ਮੰਨਣਾ ਹੋਵੇ ਤੇ ਜ਼ਾਲਮ ਦੀ ਜਿੱਤ ਹੋ ਜਾਏਗੀ। ਮੈਂ ਐਸਾ ਨਹੀਂ ਕਰ ਸਕਦਾ। ਅਹਿਲਕਾਰਾਂ ਨੇ ਜਿਹੜੀ ਗੱਲ ਕਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ, ਇਤਿਹਾਸ ਦੇ ਪੰਨੇ ਇਹ ਸਾਰੇ ਲਮਕਾ ਕੇ ਨਾ ਬਿਆਨ ਕਰਾਂ। ਮਹਾਰਾਜ, ਤੁਸੀਂ ਸੰਤ ਹੋ, ਵਲੀ ਅੱਲਾ ਹੋ, ਸਚਾਈ ਕਬੂਲ ਕਰਨ ਦੇ ਸੰਕੋਚ ਨਾ ਕਰੋ, ਕਬੂਲ ਕਰ ਲਓ, ਅਸੀਂ ਸੁਲ੍ਹਾ ਕਰਾ ਦਿੰਦੇ ਹਾਂ। ਤੁਸੀਂ ਪ੍ਰਵਾਨ ਕਰ ਲਓ, ਹਾਰ ਤੁਹਾਡੀ ਹੋ ਗਈ ਹੈ, ਤਬਾਹੀ ਤੁਹਾਡੀ ਹੋ ਗਈ ਹੈ, ਬਰਬਾਦੀ ਤੁਹਾਡੀ ਹੋ ਗਈ। ਕੋਈ ਕਿਲਾ ਤੁਹਾਡਾ ਰਹਿਣ ਨਹੀਂ ਦਿੱਤਾ ਗਿਆ, ਸਭ ਢਾ ਦਿੱਤੇ ਗਏ। ਤਮਾਮ ਚੋਟੀ ਦੇ ਸਿੰਘ ਤੁਹਾਡੇ ਮਾਰ ਦਿੱਤੇ ਗਏ, ਤੇ ਸਿੰਘਾਂ ਦੀ ਗੱਲ ਇੱਕ ਪਾਸੇ, ਤੁਹਾਡਾ ਪਿਤਾ ਸ਼ਹੀਦ, ਤੁਹਾਡੇ ਬੱਚੇ ਵੀ ਮਾਰ ਦਿੱਤੇ ਗਏ। ਧਨ ਸੰਪਦਾ ਤੁਹਾਡੀ ਸਾਰੀ ਲੁੱਟੀ ਜਾ ਚੁੱਕੀ ਹੈ। ਤੁਹਾਡੇ ਕੋਲ ਆਪਣੇ ਗੁਜ਼ਾਰੇ ਲਈ ਕੁਝ 4 ਕੌਡੀਆਂ ਵੀ ਨਹੀਂ ਰਹੀਆਂ। ਹਾਲਾਤ ਤੇ ਤੁਹਾਡੀ ਇਹ ਹੈ। तो बेहतर है आप हार तस्लीम कर लो। ਅਹਿਲਕਾਰਾਂ ਨੇ ਜਦ ਕਿਹਾ, ਮਹਾਰਾਜ ਆਪ ਯੁੱਧ ਕਰੋ, ਕੁਛ ਵੀ ਕਰੋ, ਅਸੀਂ ਇਸ ਦੇ ਨਾਲ ਕੁਛ ਨਹੀਂ ਕਹਿੰਦੇ, ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਕਿ ਸਭ ਕੁਝ ਤਬਾਹ ਹੋ ਗਿਆ। ਜਦ ਹੋ ਗਿਆ ਤੇ ਫਿਰ ਤੁਸੀਂ ਸੰਤ ਹੋ ਤੇ ਇਤਨੀ ਵੱਡੀ ਸਚਾਈ ਨੂੰ ਕਬੂਲ ਕਰਨ ਤੋਂ ਇਨਕਾਰ। ਸਾਹਿਬ ਕਬੂਲਦੇ ਨੇ ਬੜਾ ਨਿਰਾਲਾ ਢੰਗ। ਸੰਗ ਬਦਗੋ ਗਰ ਅਗਰ ਕਾਸਾ ਜ਼ਰੀ ਸ਼ਿਕੰਦ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਤਨੀ ਰਚਨਾ ਹੈ ਬਿਖਮ ਹੈ,
संस्कृत अरबी फारसी का संगम है, मिश्रण है। और ये तीन ही भाषावां बिखड़ियां ने, संस्कृत, अरबी और पर्शियन। औरंगजेब अरबी फारसी समझदा सी, इस वास्ते जफरनामा सारा पर्शियन दे च है। संगे बदगो गर अगर कासाए जरी शिकंद। अगर बद कलाम बंदा, दुष्ट बंदा पत्थर चुक के सोने दे कासे नू तोड़न दी कोशिश करे, महाराज कहंदे मैं मनदा हाँ, सोने दा प्याला टुट जाएगा, पत्थर नहीं टुटेगा, मैं मनदा, मैं ये तस्लीम करदा। संगे बदगो गर अगर कासा है जरी शिकंद, कीमत संग ने फजायद वजर कम नशूद। लेकिन ए औरंगजेब ते उसदे एहलकारों एक गल सुन लो, ये ते मैं तस्लीम करदा कि भारी भरकम पत्थर चुक के सोने दे प्याले नू तोड़न दी कोशिश की गई तो प्याला टूट जाएगा, मैं मनदा, पत्थर नहीं टूटेगा। पर टूट के भी सोने दी कीमत कोई घटनी नहीं, और न टूट के भी पत्थर दी कीमत कोई वधनी नहीं। टूट के भी मेरे बच्चे शहीद कहलाएंगे, न टूट के भी तू जालिम कहलाएगा। टूट के भी मेरे पिता नू शहीद कहणगे, न टूट के भी तू जालिम बनया रहेगा। तेरी कीमत कोई वधनी नहीं, साडी कीमत कोई घटनी नहीं। उदाहरण बड़ा गजब का दिता है मेरे बादशाह ने, प्रमाण बड़ा गजब का दिता है कि जब एहलकार कहन लगे फकीर हो तुसी, फकीरां दा एक काम शोभा नहीं देंदा शस्त्र चुकने। अवल ते भारत दे तमाम अवतारी पुरुष शस्त्रधारी ने। धनुषबाण है राम कोल, सुदर्शन चक्र है श्री कृष्ण कोल, त्रिशूल शिवजी दे कोल है, गधा विष्णु दे कोल है, गधा हनुमान दे कोल है, परशुराम दे कोल कल्हाड़ा है। ये सारे अवतारी पुरुष अपने हाथ दे कोई ना कोई शस्त्र लई बैठे ने, और पूजा है उन्हां दी, और उन्होंने अपने राजपाठ दी खातर शस्त्र चुके सन। धन गुरु गोबिंद सिंह जी महाराज ने देश दी रखिया, मजलूम दी रक्षा ते धर्म दी रक्षा लई जद शस्त्र चुक ले, तो मैं देखदा अज दे भी कुंद दिमाग दे बंदियां नूं इतराज है, और उस वक्त औरंगजेब नूं भी इतराज। तुसी फकीर वली अल्लाह, ये क्यों चुके? तो साहिब कहंदे ने बलाचार की दरमिया आमदम, मैं लाचार हो गया, तू मैनू लाचार कर देता। बलाचार की दरमिया आमदम, पदद बीरो तीरो तो फंग आमदम, तू इतना मैनू लाचार कर देता, तू इंसाफ नू मनन नू इनकारी हो गया। सच दा तेरे उत्ते जद कोई असर ना होया, विचार जद तेरे तक पहुंचदी नहीं सी, मजबूरन मैनू तलवार चुकनी पई। चुंकारज हमा हील ते दरगुजस्त, अलालस्त बुरदम ब शमशीर दस्त। पर मैं अर्ज करा, इतनी वड्डी क्रांति बहुत वड्डी शांति चो लंघी है। धन गुरु अर्जन देव जी महाराज दी शांति। ईर खालू ने उस वक्त दा धार्मिक समाज आले दुआले शरीक, चंदू, जहांगीर, सारा माहौल तपे होया है, और जहांगीर औखा है कि वो फकीर जिसकी सारी पंजाब दे प्रतिष्ठा है, असी चाहते सी ये तबलीग का काम करे, इन्हें अपना मस्तक गुरु अर्जन देव जी के कदमां ते रखे, ये सुखमनी साहब का पाठ करन लग पे, कुरान की तलावत छोड़ के। और सिख जगत दे और सारी दुनिया के सिरमौर तीरथ की बुनियाद महामीर जो है साईं मियाँ मीर तो धन गुरु अर्जन देव जी ने रखवाई। इस फकीर दे कन्ने जद ये बोल पे तो शांति का मुजस्मा अज तत्ती तवी ते बिठाया जाना है। शाही घराने तक पहुंच सी मियाँ मीर दी एकदम जा पहुंचे उस ठिकाने ते, भावें ये ऑर्डर दे के हुक्म दे के जहांगीर लाहौर तो निकल गया सी, ताकि मेरे तक कोई पहुंचे ना सिफारिशी। मियाँ मीर रोया सतगुरु की हालत देखे।
ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੇ ਭਾਵ ਸੰਵਾਦ ਗੁਰੂ ਅਰਜਨ ਦੇਵ ਜੀ ਦਾ ਤੇ ਮੀਆਂ ਮੀਰ ਦਾ ਆਪਣੇ ਇੱਕ ਨਜ਼ਮ ਦੇ ਵਿੱਚ ਇੰਝ ਬਿਆਨ ਕੀਤਾ ਹੈ। ਸੁਣ ਕਿਹਾ ਸਤਿਗੁਰ ਨੇ ਮੀਆਂ ਛੋੜੋ ਪ੍ਰੀਤੀ ਚਾਮ ਸੇ, क्या हुआ तन तप गया मन शांत है हरि नाम से। और सतगुर दे अपने वाक चंदन चंद न सरद रुत, मूल न मिटई घाम, शीतल थीवे नानका जपंदड़ो हरि नाम। संस्कृति श्लोक गुरु अर्जन देव जी। न शीतलंग चंद्र देवे, न शीतलंग बावन चंदने, न शीतलंग शीत रुतेन नानक शीतलंग साध सवज्जने। ਚੰਦਰਮਾ ਕੋਈ ਮਨ ਨੂੰ ਸੀਤਲਤਾ ਨਹੀਂ ਦਿੰਦਾ, ਸਰਦੀ ਦੀ ਰੁੱਤ ਕੋਈ ਮਨ ਨੂੰ ਸ਼ਾਂਤੀ ਨਹੀਂ ਦਿੰਦੀ, ਚੰਦਨ ਦਾ ਲੇਪ ਕੋਈ ਮਨ ਨੂੰ ਠੰਡਾ ਨਹੀਂ ਕਰਦਾ। ਕੇਵਲ ਪਰਮਾਤਮਾ ਦਾ ਨਾਮ ਹੈ ਜੋ ਮਨ ਨੂੰ ਸ਼ਾਂਤ ਕਰ ਦਿੰਦਾ ਹੈ। ਸਰਦੀ ਦੀ ਰੁੱਤ ਇਹਦੇ 'ਚ ਵੀ ਮਨੁੱਖਾਂ ਦੇ ਮਨ ਤਪੇ ਰਹਿੰਦੇ ਨੇ, ਬਰਫ਼ ਪਈ ਪੈਂਦੀ ਹੈ, ਮਨ ਦੇ 'ਚ ਭਾਂਬੜ ਪਏ ਬਲਦੇ ਨੇ। ਠੰਡਾ ਚੰਦਨ ਹੈ ਪਰ ਅੰਦਰ ਕਲਪਨਾਵਾਂ ਦੀ ਅੱਗ ਹੈ। ਠੰਡੀਆਂ ਇਹ ਚੰਦਰਮਾ ਦੀਆਂ ਕਿਰਨਾਂ ਨੇ ਪਰ ਅੰਦਰ ਤ੍ਰਿਸ਼ਨਾ ਦੇ ਬਾਂਭਣ ਨੇ। ਨਹੀਂ ਸੀਤਲੰਗ ਚੰਦਰ ਦੇਵੇ, ਨਹੀਂ ਸੀਤਲੰਗ ਬਾਵਨ ਚੰਦਨੇ, ਨਹੀਂ ਸੀਤਲੰਗ ਸੀਤ ਰੁਤੇਣ ਨਾਨਕ ਸੀਤਲੰਗ ਸਾਧ ਸਵੱਜਨੇ। ਕੋਈ ਕਿਤਨਾ ਕੁ ਸੀਤਲ ਹੋ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਕ ਪ੍ਰਮਾਣ ਨੇ ਪ੍ਰਤੱਖ, ਇਤਨਾ ਸੀਤਲ, ਚਾरों पासे इतनी तपश, फिर भी मजाल ज़बान तो कोई कौड़ा बचन निकले। आप तत्ती तवी ते बैठ के भी कहते सेवक की ओढ़क निभही प्रीत, जीवत साहिब सेव्यो अपना चलते राख्यो चित। ए प्रभु शुक्राना अंतिम समय तक प्रीत निभ गई, मैं गिला नहीं कीता तेरे थे। आ गया मैं भूख सोई कर सूखा, सोग हरख नहीं जाने, जो जो हुक्म भयो साहिब का सो माथे ले मानिया। इन मैं कबूल कर लिया जो भी हुक्म। तो मैं अक्सर अर्ज करता हूँ ना, हुक्म की है, वास्तव हुक्म की है। जो हुआ वो वत्सो जाने, प्रभ अपने का हुक्म पछाने। परमात्मा का हुक्म की है जिसनों मनना है। जो हो गया ये हुक्म है। जो हुआ हो वत्सो जाने, जो हो गया है उन्होंने होनहार करके जाने होना ही सी। ये दिन होया है होना ही सी हुक्म, रात होई है ये होनी सी एक हुक्म, जन्म होया है होना ही सी एक हुक्म, मरण होया है होना ही सी हुक्म, जवानी आई है ये आवनी सी एक हुक्म प्रभु दा हुक्म, पर वृद्धावस्था आई है ते आवनी सी एक हुक्म। नफा होया है होना ही सी एक हुक्म, पर नुकसान होया है होना ही सी एक हुक्म। कर्मां दी खेड और परमात्मा दा विधान उसदा हुक्म उस दिते। इज्जत मिली है मिलनी सी एक हुक्म, बेइज्जती हो गई है होनी सी एक हुक्म। जो हुआ वो वत सो जाने, जो हो गया है उन्हों समझ ले होना ही सी। जो हुआ वो वत सो जाने, प्रभ अपने का हुक्म पछाने। अपने परमात्मा का हुक्म पछाने समझे ते मने। हुक्म की है जो हो गया होना ही सी। दुनिया क्यों रो रही है? जो हो गया नहीं होना चाहिए सी, क्यों होया वो तो होना सी। इतनी महर्ज करते हैं। जो हुआ वो वत्सो जाने, किस तरह जो समझोगे कि उसका हुक्म की है, क्योंकि हुक्म रजाई चलना नानक लिखिया नाल, जो हो गया है होना ही सी। यही प्रभु की रजा सी। निक्का जिहा कंडा लग जाए, मनुख कहते पता नहीं रब है कि नहीं, छोटी जिहा घटना घट जाए मनुख गिलियां नाल भर जाता है। पर कोई तत्ती तवी ते बैठ के भुखा प्यासा भी ये कह सकता है, आ गया मैं भूख सोई कर सूखा, सोग हरख नहीं जाने, जो जो हुक्म भयो साहिब का सो माथे ले माने। जो भी उसका हुक्म होया मैं उन्होंने खिड़े मत्थे मन लिया, ते हुक्म की जो हो गया हुक्म। मैं अर्ज करा
ਮਨੁੱਖ ਅੱਧਾ ਹੁਕਮ ਕਬੂਲ ਕਰ ਸਕਦਾ, ਸਾਰਾ ਨਹੀਂ। ਜਨਮ ਹੋਇਆ ਹੈ, ਹੋਣਾ ਹੀ ਸੀ ਇਹ ਹੁਕਮ ਕਬੂਲ। ਮਰਨ ਹੋਇਆ ਹੀ ਹੋਣਾ ਸੀ ਇੱਕ ਹੁਕਮ, ਇਹ ਕਬੂਲ ਨਹੀਂ। ਜਵਾਨੀ ਆਈ ਹੈ, ਆਉਣੀ ਸੀ ਇੱਕ ਹੁਕਮ ਕਬੂਲ। ਬੁਢੇਪਾ ਆਇਆ ਹੈ, ਇਹ ਆਉਣਾ ਹੀ ਸੀ ਇੱਕ ਹੁਕਮ ਕਬੂਲ ਨਹੀਂ ਹੈ। ਪ੍ਰਵਾਨ ਨਹੀਂ ਹੈ, ਤਸਲੀਮ ਨਹੀਂ ਹੈ। ਨਫਾ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ ਕਬੂਲ। ਪਰ ਨੁਕਸਾਨ ਹੋ ਗਿਆ ਹੈ, ਹੋਣਾ ਹੀ ਸੀ ਇੱਕ ਹੁਕਮ, ਇਹ ਕਬੂਲ ਨਹੀਂ ਹੈ, ਇਹ ਪ੍ਰਵਾਨ ਨਹੀਂ ਹੈ। ਔਰ ਅੱਧਾ ਹੁਕਮ ਮੰਨਣਾ, ਅੱਧਾ ਨਾ ਮੰਨਣਾ, ਸਮਝ ਲਓ ਸਾਰਾ ਹੀ ਨਹੀਂ ਮੰਨਿਆ। ਇਹ ਵੀ ਮਹਿਰਸ ਕਰ ਲਿਆ, ਉਹਨੇ ਹੁਕਮ ਨੂੰ ਸਮਝਿਆ ਹੀ ਨਹੀਂ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਕਿਤਨਾ ਵੀ ਖਪ ਜਾ, ਜੋ ਕੁਝ ਹੋ ਗਿਆ ਹੋਣਾ ਹੀ ਸੀ। ਪਿੱਛੋਂ ਕਰਮਾਂ ਦੀ ਸ਼ੰਖਲਾ, ਪਿੱਛੋਂ ਲੰਬਾ ਚੌੜਾ ਵਿਧਾਨ, ਪਰ ਜੋ ਹੋ ਗਿਆ ਇਹਨੂੰ ਸਮਝੀ ਹੋਣਾ ਹੀ ਸੀ। ਬਸ ਇਸ ਨੂੰ ਤਸਲੀਮ ਕਰ ਲੈ, ਇਹਨੂੰ ਕਬੂਲ ਕਰ ਲੈ। ਮੋਟੇ ਉਦਾਹਰਨ ਫਿਰ ਮੈਂ ਦੇ ਦਿਆਂ। ਜਨਮ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਮਰਨ ਹੋਇਆ ਹੈ, ਹੋਣਾ ਹੀ ਸੀ ਇੱਕ ਹੁਕਮ। ਜਵਾਨੀ ਆਈ ਹੈ, ਆਵਣੀ ਸੀ ਇੱਕ ਹੁਕਮ। ਬੁਢੇਪਾ ਆਇਆ ਹੈ, ਆਵਣਾ ਹੀ ਸੀ ਇੱਕ ਹੁਕਮ। ਤੇ ਜੇ ਜਨਮ ਤੇ ਮਰਨ, ਜਵਾਨੀ ਤੇ ਬੁਢੇਪਾ ਸਭ ਕੁਝ ਹੁਕਮ ਦੇ ਚ ਹੈ, ਤਾਂ ਪੁਰਖਾ ਜੋ ਕੁਛ ਵੀ ਹੋਇਆ ਸਭ ਹੁਕਮ। ਜੋ ਹੋਆ ਉਹ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਬੜੀ ਲੰਬੀ ਚੌੜੀ ਵਿਆਖਿਆ ਹੈ। ਹੁਕਮ ਮੰਨਣ ਦੀ ਮੂਰਤੀ ਵੇਖਣੀ ਹੋਵੇ ਤੇ ਇੱਕੋ ਹੀ ਨਾਮ ਸਾਹਮਣੇ ਆਉਂਦਾ, ਧੰਨ ਗੁਰੂ ਅਰਜਨ ਦੇਵ ਜੀ। ਹੁਕਮ ਕਬੂਲ। ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਆ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਪਰ ਇਸ ਨਿਰਮਾਣਤਾ ਨੂੰ, ਇਸ ਸਹਿਨਸ਼ੀਲਤਾ ਨੂੰ, ਇਸ ਸ਼ਾਂਤੀ ਨੂੰ ਕੋਈ ਬੁਜ਼ਦਿਲੀ ਨਾ ਸਮਝ ਲਵੇ, ਕੋਈ ਕਾਇਰਤਾ ਨਾ ਸਮਝ ਲਵੇ, ਤਾਂ ਗੁਰੂ ਨਾਨਕ ਦੇ 6ਵੇਂ ਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕ੍ਰਾਂਤੀ ਦਾ ਰੂਪ ਧਾਰਨ ਕਰ ਲਿਆ। ਤਲਵਾਰ ਚੁੱਕ ਲਈ, ਇਸ ਸ਼ਾਂਤੀ ਦੇ ਚੋਂ ਕ੍ਰਾਂਤੀ ਨਿਕਲੀ, ਇਸ ਸਬਰ ਦੇ ਚੋਂ ਤਲਵਾਰ ਨਿਕਲੀ। ਇਸ ਨੂੰ ਇਸ ਤਰ੍ਹਾਂ ਲਈਏ। ਮੈਂ ਆਪਣੀ ਘਟਨਾ ਵੀ ਤੁਹਾਨੂੰ ਸਰਵਣ ਕਰਾ ਦਿਆਂ, ਸਾਹਮਣੇ ਆ ਗਈ, ਮੈਂ ਪਿੱਛੇ ਨਾ ਮੋੜਾਂ। ਮੈਂ ਬੰਗਲਾ ਸਾਹਿਬ, ਸੀਸਗੰਜ ਸਾਹਿਬ ਲੜੀਵਾਰ ਕਥਾ ਚੱਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਪਿਛਲੇ ਸਾਲ ਹੀ ਦਾਸ ਭੋਗ ਪਾ ਕੇ ਆਇਆ ਹੈ। ਗਾਲਬਨ ਸਨ 63 ਦੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਆਰੰਭ ਹੋਈ ਸੀ, 92 ਸਮਾਪਤ ਹੋਈ, ਲਗਾਤਾਰ ਚੱਲਦੀ ਰਹੀ, ਜਿਸ ਦੇ ਸਿਰਫ ਜਨਵਰੀ ਦਾ ਮਹੀਨਾ ਦਾਸ ਕਰਦਾ ਰਿਹਾ, ਇੱਕ ਮਹੀਨਾ, ਬਾਕੀ ਹੋਰ ਗੁਣੀ ਜਨ ਮਹਾਂਪੁਰਖ ਕਥਾ ਕਰਦੇ ਰਹੇ। ਇਹ ਪਿਛਲੇ ਸਾਲ ਭੋਗ ਪਿਆ।